ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਲੇਖ ਗੁਰਸ਼ਰਨ ਲਾਂਬਾ ਜੀ ਦਾ ਪੜ੍ਹ ਕੇ ਮਨ 'ਚ ਕਈ ਤਰ੍ਹਾਂ ਦੇ ਬਲਬਲੇ ਉੱਠੇ ਨੇ। ਮੈਂ ਹੈਰਾਨ ਹਾਂ ਕਿ ਅਜੇ ਵੀ ਸਾਡੇ ਕਈ ਆਗੂ, ਜੈਸਾ ਕਿ ਲਾਂਬਾ ਜੀ ਨੇ ਲਿਖਿਆ ਆਪਣੇ ਲੇਖ ਵਿੱਚ, ਕਈ ਆਗੂ ਐਸੇ ਨੇ ਅਜੇ ਉੱਥੇ ਹੀ ਫਸੇ ਪਏ ਨੇ, ਹਿੰਦੂ, ਸਿੱਖ, ਮੁਸਲਮਾਨ, ਈਸਾਈ। ਜਦ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਪਰੰਪਰਾ ਚਲਾਈ, ਇੱਕ ਦੇ ਝੰਡੇ ਹੇਠ ਲਿਆਂਦਾ, ਏਕ ਪਿਤਾ ਏਕਸ ਕੇ ਹਮ ਵਾਰਿਕ। ਸਾਰੀ ਅਨੇਕਤਾ ਨੂੰ ਇੱਕ ਵਿੱਚ ਸਮੇਟਿਆ, ਇੱਕ ਓਅੰਕਾਰ। ਪਰ ਜੇ ਕੋਈ ਐਸਾ ਕਵੇ ਕਿ ਇੱਕ ਜਾਤੀ ਵਿਸ਼ੇਸ਼, ਇੱਕ ਧਰਮ ਵਿਸ਼ੇਸ਼ ਦੇ ਬੰਦੇ ਹੀ ਪਹਿਲੇ ਉਹਨਾਂ ਨੇ ਅੰਮ੍ਰਿਤ ਛਕਿਆ ਜਾਂ ਪਹਿਲੇ ਪੰਜ ਪਿਆਰੇ ਸਜੇ, ਤੇ ਫਿਰ ਸਾਨੂੰ ਇਤਿਹਾਸਕ ਪੜਚੋਲ ਕਰਨੀ ਪਏਗੀ। ਵਿਸਾਖੀ ਦਾ ਉਹ ਦਿਨ, ਜਿਸ ਦਿਨ ਸ੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਸਾਜਨਾ ਹੋਈ, ਇਹ ਦੋ ਦਿਨ ਨਿਯਤ ਕੀਤੇ ਸਨ, ਵਿਸਾਖੀ ਔਰ ਦੀਵਾਲੀ। ਗੁਰੂ ਨਾਨਕ ਦੀ ਤੀਜੀ ਜੋਤ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਨੇ ਸਭ ਪਾਸੇ ਸੰਦੇਸ਼ੇ ਭੇਜੇ ਕਿ ਦੀਵਾਲੀ ਤੇ ਵਿਸਾਖੀ, ਇਹ ਦੋ ਦਿਨ ਨਿਯਤ ਕੀਤੇ ਕਿ ਸਾਰੇ ਗੁਰੂ ਨਾਨਕ ਨਾਮ ਲੇਵਾ ਸਿੱਖ ਯਤਨ ਕਰਕੇ ਇਹ ਦੋ ਦਿਨ ਗੁਰੂ ਦਰਸ਼ਨਾਂ ਲਈ ਗੁਰੂ ਦਰਬਾਰ ਵਿੱਚ ਹਾਜ਼ਰ ਹੋਣ। ਉਹ ਪਰੰਪਰਾ ਤੀਜੇ ਪਾਤਸ਼ਾਹ ਤੋਂ ਆਰੰਭ ਹੋ ਕੇ ਦਸਮ ਪਾਤਸ਼ਾਹ ਤੱਕ ਲਗਾਤਾਰ ਚੱਲਦੀ ਰਹੀ। ਦੀਵਾਲੀ ਤੇ ਵਿਸਾਖੀ, ਕਿਉਂਕਿ ਸਾਡੇ ਉਸ ਵਕਤ ਇਹ ਕਲਚਰਲ ਫੈਸਟੀਵਲ ਵੀ ਸਨ। ਦੀਵਾਲੀ ਦਾ ਸੰਬੰਧ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਦੇ ਗਵਾਲੀਅਰ ਕਿਲ੍ਹੇ ਤੋਂ ਬਾਹਰ ਆਉਣ ਦੀ ਯਾਦ ਵਿੱਚ ਬੰਦੀ ਛੋੜ ਦਿਵਸ ਦੇ ਨਾਂ 'ਤੇ ਵੀ ਆਪਣੀ ਅਹਿਮੀਅਤ ਰੱਖਦਾ ਹੈ। ਪਰ ਉਹਨਾਂ ਤੋਂ ਪਹਿਲੇ ਵੀ ਪੰਜਵੇਂ ਪਾਤਸ਼ਾਹ, ਚੌਥੇ ਪਾਤਸ਼ਾਹ, ਇਹ ਦੀਵਾਲੀ ਦਾ ਦਿਨ ਮਨਾਇਆ ਜਾਂਦਾ ਰਿਹਾ ਹੈ ਇੱਕ ਕਲਚਰਲ ਫੈਸਟੀਵਲ ਦੇ ਰੂਪ ਵਿੱਚ। ਵਿਸਾਖੀ ਇਸੇ ਤਰ੍ਹਾਂ ਹੀ ਦੋ ਵਿਸ਼ੇਸ਼ ਦਿਨ ਰੱਖੇ ਗਏ। ਤੇ ਵਿਸਾਖੀ ਵਾਲੇ ਦਿਨ ਜਦ ਇਕੱਠੇ ਹੀ ਸਾਰੇ ਨਾਨਕ ਨਾਮ ਲੇਵਾ ਸਿੱਖ ਹੋਏ, ਉਹਦੇ ਵਿੱਚ ਫਿਰ ਕਿਸੇ ਜਾਤੀ ਵਿਸ਼ੇਸ਼ ਦਾ ਨਾਂ ਲੈ ਕੇ ਕਹਿਣਾ ਕਿ ਇਹ ਪਹਿਲੇ ਪੰਜ ਪਿਆਰੇ ਸਨ, ਇਹ ਕੋਈ ਗੱਲ ਦਿਲੋਂ ਉਤਰਦੀ ਨਹੀਂ, ਸਗੋਂ ਇੱਕ ਵਖਰੇਵੇਂ ਦੀ ਭਾਵਨਾ ਦਾ ਐਲਾਨ ਕਰਦੀ ਹੈ। ਜੋ ਗੁਰੂ ਨਾਨਕ ਦੇ ਝੰਡੇ ਵਿੱਚ ਥੱਲੇ ਆ ਗਿਆ, ਉਹ ਫਿਰ ਇੱਕ ਸਭ ਧਰਮਾਂ ਦੇ ਝਗੜਿਆਂ ਤੋਂ ਉੱਚੇ ਉੱਠ ਗਿਆ, ਸਭ ਧਰਮਾਂ ਦੀ ਵਿਚਾਰ ਤੋਂ ਉੱਚੇ ਉੱਠ ਗਿਆ, ਕਿਉਂਕਿ ਇੱਕ ਦੇ ਸਿਧਾਂਤ 'ਤੇ ਟਿਕ ਗਿਆ। ਏਕ ਪਿਤਾ ਏਕਸ ਕੇ ਹਮ ਵਾਰਿਕ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਕਾ ਭਰਮ ਨ ਭੂਲੋ ਪਾਈ, ਖਾਲਕ ਖਲਕ ਖਲਕ ਮਹਿ ਖਾਲਕ, ਪੂਰ ਰਿਹਾ ਉਹ ਸਰ ਬਿਠਾਈ। ਇਹ ਵਖਰੇਵੇਵਾਦ ਦੀ ਕੋਈ ਜਗ੍ਹਾ ਸਿੱਖੀ ਵਿੱਚ ਨਹੀਂ ਹੈ। ਫਿਰ ਵੀ ਬਾਰ-ਬਾਰ ਸਮੇਂ-ਸਮੇਂ 'ਤੇ ਪਤਾ ਨਹੀਂ ਕਿਉਂ, ਕਿਸ ਵਿਚਾਰ ਨਾਲ ਲੋਕ ਇਹ ਮਸਲੇ ਉਠਾਉਂਦੇ ਨੇ, ਜਦ ਕਿ ਸਮਝਣ ਦੀ ਲੋੜ ਹੈ ਆਪਣੇ ਆਪ ਨੂੰ, ਆਪਣੇ ਵਜੂਦ ਨੂੰ। ਇਹ ਸਮਾਂ ਤੇ ਮਿਲਿਆ ਸੀ ਮਨੁੱਖਾ ਜੀਵਨ ਦਾ, ਉਸ ਆਪਣੇ ਸਿਰਜਣਹਾਰ ਨਾਲ ਜੁੜਨ ਦਾ, ਲੇਕਿਨ ਅਸੀਂ ਅਜੇ ਆਪਣੇ ਝਗੜਿਆਂ ਤੋਂ ਉੱਚੇ ਨਹੀਂ ਉੱਠ ਰਹੇ। ਨਵੇਂ ਵਿਵਾਦ ਅਸੀਂ ਰੋਜ਼ ਨਵੇਂ ਖੜੇ ਕਰ ਰਹੇ ਹਾਂ। ਬਹੁਤ ਦੁੱਖ ਹੁੰਦਾ ਹੈ। ਫਿਰ ਆਪਣੀ ਬੁਨਿਆਦ ਵੱਲ ਜਾਣਾ ਪਏਗਾ ਕਿ ਸਿਧਾਂਤ ਸਿੱਖੀ ਦਾ ਕੀ ਹੈ। ਇਹ ਪੰਜ ਕਕਾਰ ਜੋ ਦਿੱਤੇ ਨੇ, ਪਹਿਲੀ ਗੱਲ ਤੇ ਜਦੋਂ ਅੰਮ੍ਰਿਤ ਛਕਾਇਆ ਨਾ ਗੁਰਦੇਵ ਨੇ, ਤੇ ਪੰਜਾਂ ਬਾਣੀਆਂ ਜਿਨ੍ਹਾਂ ਨੂੰ ਕੰਠ ਸਨ ਉਹਨਾਂ ਨੂੰ ਛਕਾਇਆ। ਕੋਈ ਬਾਣੀ ਹੀ ਉਹ ਸ਼ਕਤੀ ਹੈ ਜੋ ਸਿਰ ਕੁਰਬਾਨ ਕਰਨ ਦੀ ਤਾਕਤ ਸਮਰੱਥ ਦਿੰਦੀ ਹੈ। ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਕੰਠ ਸਨ ਜ਼ੁਬਾਨੀ ਬਾਣੀਆਂ। ਦੂਜੀ ਗੱਲ, ਜਿਹੜੇ ਪੰਜ ਕਕਾਰ ਵੀ ਦਿੱਤੇ, ਉਹ ਵੀ ਇੱਕ ਅਲੱਗ ਸਿਧਾਂਤ ਹੈ।
ਸੰਸਾਰ ਵਾਸਤੇ ਕਿਰਪਾਨ ਇੱਕ ਸ਼ਸਤਰ ਹੈ ਲੜਾਈ ਦਾ, ਜ਼ੁਲਮ ਦਾ, ਕਿਤੇ ਕਿਤੇ ਸੈਲਫ ਡਿਫੈਂਸ ਦਾ ਵੀ ਵੈਪਨ ਹੈ। ਪਰ ਬਤਾਇਤ ਆਪਣੀ ਸ਼ਕਤੀ ਦੂਜੇ 'ਤੇ ਜ਼ਾਹਿਰ ਕਰਨ ਦਾ ਇੱਕ ਜ਼ਰੀਆ ਹੈ। ਪਰ ਸਿੱਖ ਲਈ ਕਿਰਪਾਨ ਦਇਆ ਦੀ ਨਿਸ਼ਾਨੀ ਹੈ। ਉਹ ਦਇਆ ਜੋ ਗੁਰੂ ਨਾਨਕ ਦਾ ਪਹਿਲਾ ਸੰਦੇਸ਼ ਸੀ, ਕੰਪੈਸ਼ਨ, ਦਇਆ ਕਪਾ। ਸਿੱਖ ਦੇ ਹੱਥ 'ਚ ਕਿਰਪਾਨ ਦਇਆ ਦੀ ਨਿਸ਼ਾਨੀ ਹੈ ਕਿ ਕੋਈ ਕਿਸੇ 'ਤੇ ਜ਼ੁਲਮ ਨਾ ਕਰੇ। ਕਮਜ਼ੋਰ ਦੀ ਰੱਖਿਆ ਲਈ, ਗਰੀਬ ਦੀ ਰੱਖਿਆ ਲਈ, ਗਊ ਦੀ ਰੱਖਿਆ ਲਈ ਕਿਰਪਾਨ ਦਿੱਤੀ ਗੁਰੂਦੇਵ ਨੇ ਸਾਡੇ ਹੱਥ 'ਚ ਕਿ ਜਿੱਥੇ ਵੀ ਕੋਈ ਜ਼ੁਲਮ ਹੋਵੇ ਸਿੱਖ ਵਿਚਕਾਰ ਖੜਾ ਹੈ। ਹਰ ਕੋਈ ਆਪਣੇ ਧਰਮ ਦੇ ਮੁਤਾਬਿਕ, ਆਪਣੇ ਸਿਲਸਿਲੇ ਮੁਤਾਬਿਕ, ਜਿਹੜਾ ਚਰਚ ਜਾਣ ਵਾਲਾ ਉਹ ਚਰਚ ਜਾਵੇ, ਜਿਹੜਾ ਮੰਦਰ ਜਾਣ ਵਾਲਾ ਮੰਦਰ ਜਾਵੇ, ਜਿਹੜਾ ਮਸਜਿਦ ਜਾਣ ਵਾਲਾ ਮਸਜਿਦ ਜਾਵੇ। ਆਪਣੇ ਆਪਣੇ ਧਰਮ ਦੀ, ਵਿਚਾਰਾਂ ਦੀ ਆਜ਼ਾਦੀ, ਫਰੀडम ਆਫ ਥਾਟ, ਫਰੀडम ਆਫ ਸਪੀਚ, ਫਰੀडम ਆਫ ਕ੍ਰੀਏਟੀਵਿਟੀ, freedom of expression. This kirpan gives us a strength and signifies that Sikh is a peacekeeper, to protect the right of all humanity, all creation. इस जीव ते भी कोई जबर जुल्म ना करे, एक निशानी है। कशहरा साडे मॉरल करैक्टर की निशानी है। सैल्फ कंस्ट्रेन, सैल्फ डिसिपलिन, कड़ा साडी सानू गुरु की याद दिवांदा है कि साडे हथों कोई ऐसा काम ना हो जाए जिस करके कल नू साडे वड्डियां नू, साडे प्रवाजनां नू, साडे कौम नू शर्मिंदा होना पवे। गुरु सानू याद रहे हर कर्म विच। केश साडे गुरु दी साडे ते स्टैंप है कि यस यू आर अप्रूव्ड एज ए सिख, एज ए फॉलोअर ऑफ गुरु नानक, एज ए फॉलोअर ऑफ गुरु गोबिंद सिंह जी महाराज। एक साडे केश जिहड़े ने ये उसकी मोहर है। नो इफ्स एंड बट्स। और कंघा कि इस स्वरूप नू निखार के रखना है, सवार के रखना है। शैबली ड्रेस हो के नहीं बनना, कुछ जिसे केसां दियां जटावां बना के नहीं रख लैनियां। कुछ सादगी के नाते मैले बस्तर नहीं पा लैने। प्रेजेंटेबल फॉर्म ही रहना। जो गुरु ने दिता है तो अच्छे अच्छे तो बस्तर भी पा, सोहने ढंग नाल जी अपना जीवन। गुरु ने बड़ियां बड़ियां घोड़े रखे सन, तू बड़ियां बड़ियां गड्डियां लै जिते कोई समर्थ है ते, पर हिम्मत ना छोड़ी। पॉजिटिव थिंकिंग, एक एटीट्यूड दिता। सिंह ना दा मतलब ही है शेर। शेर दा की मतलब है? शेर दा मतलब सीधा शेर दे एटीट्यूड वाल जांदा है, निडर, fearless, attitude of a winner, never give up till last breath, don't give up, no surrender। एक स्ट्रेंथ है, एक एटीट्यूड है जो सिंह नाम नाल सानू मिलिया है। पॉजिटिव थिंकिंग, जैसा भी सानू गुरु ने साडे हालात ने उस मुताबिक सोहने ढंग नाल जीना है। सोहने बस्तर पहनने ने, सोहने घर च रहना है, सफाई रखनी है, नेचर की रिस्पैक्ट करनी है। पर इहदे नाल एक चीज़, बड़ा वड्डा इतिहास भी जुड़िया जे। याद करो किड्डी वड्डी क्रांति आई महाराष्ट्र विच। शिवाजी महाराज ने जो शस्त्र धारण किए। आज शिवाजी का इतिहास तो सारी दुनिया जानती है, पर शिवाजी के हाथ में शस्त्र आने का बैकग्राउंड की सी, अज वो समझण की लोड़ है। जदों समर्थ रामदास जी शिवाजी महाराज के जो गुरु सन, उन्हों का मिलाप 6वें पातशाह साहब श्री गुरु हरगोबिंद जी नाल पौड़ी गढ़वाल के इलाके में होया। उन्हें जानिया गुरु नानक की 6वीं जोत इत्थे आई है। मिलाप होए तो स्वामी समर्थ रामदास जी ने एक सवाल उठाया, क्योंकि गुरु साहब ने ऐ सोने 7 लड़े की माला गल विच, सोने शस्त्र बस्तर, घोड़े, फौजा नाल सन। कहने लगे आप तो गुरु नानक के 6वें गादी पे विराजमान हो, 6वें गुरु नानक करके आपको जाना जाता है। आपको सब शोभा नहीं देता। गुरु नानक तो बड़ी सादगी में रहते थे, आपने तो शस्त्र बस्तर, राजसी ठाठ बाट,
और ये गले में माला। और तो गुरु हरगोबिंद साहब ने बड़े प्यार नाल उत्तर दिता, स्वामी जी बातन फकीरी ज़ाहिर अमीरी। बातन एक अरबी भाषा का शब्द है, जिमें खालसा शब्द अरबी भाषा का शब्द है, जिसका वैरी राइटली गुरचरण लांबा जी ने दसिया है कि वो जमीन का हिस्सा जिहड़ा सीधा बादशाह के अंडर है, उत्ते कोई टैक्स नहीं लगता। खालसा जिसका डायरैक्ट संबंध अकाल पुरख नाल है, सिरजनहार नाल है। खालसा अकाल पुरख की फौज। खैर उस वेले फिर गुरुदेव ने जवाब दिता, कहने लगे बातन फकीरी। बातन अरबी भाषा का शब्द है, जिसका मतलब है जो भगती है, जो ज्ञान है, जो उस नाल एक रस्ता बनी हुई है, वो छुपा के रखन की चीज़ है। जगह जगह का मुजाहरा नहीं करना कि अस बड़े भगत हाँ, बड़े संत हाँ। बातन फकीरी, फकीरी तो भाव जो परमात्मा नाल जुड़िया होया है। ज़ाहिर अमीरी, बाहर जिहड़ा भेष है जो परमात्मा ने सानू दिता है, असे बहुत पूरी शान बान ना रहने हैं। ज़ाहिर अमीरी ते शस्त्र जिहड़े से रखे ने, शस्त्र गरीब की रक्षा, जरवान की पख्या। गरीब गऊ की रक्षा वास्ते रखे ने ते पापियां ज़ालमियां ज़ालमां नूं नाश करने वास्ते रखे ने। गरीब की रक्षा, जरवान की भख्या। गुरु नानक साहब ने माया त्यागी, संसार नहीं त्याग्या। जिसले यह बचन के ना गुरु नानक साहब ने माया त्यागी, संसार नहीं त्याग्या। माया तो निर्लेप रहे, पर संसार में छोड़ के गए नहीं। खेती बाड़ी करके अपना गुजरान किया। स्वामी रामदास जी के मुखों सहज ही निकलिया, ये बात मन को भावती है। फिर इतिहास दसदा है, जिस वे शिवाजी महाराज ने संन्यास लैन की इच्छा जाहिर की स्वामी समर्थ रामदास जी को, तो स्वामी समर्थ रामदास जी ने फिर कहा, नहीं शिवा, तू भी शस्त्र धारण कर। देश धर्म कौम की रक्षा लई क्षत्रिय आदमी का शस्त्र धारण करना ही धर्म है। एक गुरु नानक की जो शिक्षा है तो धारण कर। उत्थों फिर शिवाजी महाराज ने शस्त्र पकड़े, जिन्हां दे नां ते अज शिव सेना जो पोलिटिकल पार्टी है इंडिया की, बड़ी पावरफुल पार्टी है, वो पार्टी का जन्म शिव सेना के नां ते होया। पर यह शिव सेना का जो नाम लिया गया वो शिवाजी महाराज तो शिवाजी महाराज ने जो शस्त्र धारण किए, उसकी प्रेरणा स्वामी समर्थ रामदास जी ने 6वें पातशाह गुरु हरगोबिंद पातशाह जी के रहनी बहनी सैनी तो प्रेरणा लैके अगों उन्होंने शिक्षा दी। सो प्यारी साध संगत जी, ये साढ़े जिहड़े सानू 5 निशानियां मिलियां ना, बड़ी अहमियत है। जुड़न की लोड़ है, समझन की लोड़ है, एक सिद्धांत है। अज तो सानू यही नहीं पता खालसा के बारे जो बख्शिश की गुरुदेव ने, जागत जोत जपे निसबासर एक बिना मन नैक नाने। कित्थे साडा वकार इत्थे पहुँचा है। जागत जोत कहंदे किनू ने, संत जे भी नहीं पता। कभी गहराई में उतरन की लोड़ है प्यारी साध संगत। सो इसलिए नवे नवे जो विचकार से खुशामदी तौर पर सब समझ आती है, ये सब खुशामदा हो रही हैं। सिख किसी की खुशामद नहीं करता। भय काहू को देत न भय मानतान, सच सुनाई सी सच की बेला। सच ते खड़े होना से साढ़े लिए कोई चंगा नहीं, कोई बुरा नहीं, कोई अपना नहीं, कोई बेगाना नहीं। सारे उस एक ईश्वर की संतान हाँ जिथे कोई जुल्म करेगा, कोई जबरदस्ती करेगा, उत्थे खालसा सुभाविक तौर पर एक सिपाही के तौर पर विचकार खड़ा है एज ए पीस कीपर। वाहिगुरू जी का खालसा, वाहिगुरू जी की फतेह।